ਯਾਰ ਵੇਖ ਲਓ, ਉਹੀ ਹੋਇਆ ਨਾ ਜਿਹਦਾ ਡਰ ਸੀ। ਚੰਗਾ ਭਲਾ ਉਸਮਾਨ ਖਾਨ UAE ਦੀ ਕ੍ਰਿਕਟ ਟੀਮ ਦੇ ਵਿੱਚ ਖੇਡਦਾ ਪਿਆ ਸੀ। UAE ਦੀ ਤਰਫੋਂ ਉਸਮਾਨ ਖਾਨ ਜਿਹੜਾ ਸੀ ਕਾਫੀ ਜ਼ਿਆਦਾ ਟੂਰਨਾਮੈਂਟ ਖੇਡਦਾ ਪਿਆ ਸੀ। ਲੀਗ ਕ੍ਰਿਕਟ ਦੇ ਵਿੱਚ ਵੀ ਮੈਚ ਖੇਡਦਾ ਹੁੰਦਾ ਸੀ। ਚੰਗੀ ਭਲੀ ਇਸ ਖਿਲਾੜੀ ਦੀ ਰੋਜ਼ੀ ਰੋਟੀ ਤੁਰੀ ਸੀ। ਲੇਕਿਨ ਕੁਝ ਪਾਕਿਸਤਾਨੀ ਸਾਬਕ ਖਿਲਾੜੀ ਜਿਹੜੇ ਹੈ ਨਾ, ਉਹਨਾਂ ਨੇ ਇਸ ਖਿਲਾੜੀ ਨੂੰ ਇਹ ਕਿਹਾ ਕਿ ਤੂੰ ਯਾਰ UAE ਦੀ ਤਰਫੋਂ ਨਾ ਖੇਲ, ਪਾਕਿਸਤਾਨ ਦੀ ਤਰਫੋਂ ਖੇਲ, ਪਾਕਿਸਤਾਨ ਦਾ ਨਾਮ ਰੋਸ਼ਨ ਕਰ। ਲੇਕਿਨ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਕਿ ਇੱਕ ਵਕਤ ਉਹ ਹੁੰਦਾ ਸੀ ਜਦੋਂ ਇਸ ਖਿਲਾੜੀ ਨੂੰ ਪਾਕਿਸਤਾਨ ਕ੍ਰਿਕਟ ਟੀਮ ਦੇ ਵਿੱਚ ਜਗ੍ਹਾ ਨਹੀਂ ਦਿੱਤੀ ਗਈ ਸੀ ਅਤੇ ਇਹ ਮਾਯੂਸ ਹੋ ਕਰ UAE ਚਲਾ ਗਿਆ ਸੀ। ਉੱਥੇ ਜਾ ਕੇ ਜਿਹੜਾ UAE ਦਾ ਕ੍ਰਿਕਟ ਬੋਰਡ ਵਾ ਉਹਦੇ ਨਾਲ ਇਸ ਖਿਲਾੜੀ ਨੇ ਰਾਬਤਾ ਕੀਤਾ ਅਤੇ ਇਹਦੀ ਜਿਹੜੀ ਜ਼ਬਰਦਸਤ ਪਰਫੋਰਮੈਂਸ ਵੇਖਦੇ ਹੋਏ ਨਾ UAE ਦੇ ਜਿਹੜੇ ਹੈਗੇ ਸੀ ਕ੍ਰਿਕਟ ਬੋਰਡ, ਉਹਨੇ ਆਪਣੀ ਟੀਮ ਦੇ ਵਿੱਚ ਇਸ ਖਿਲਾੜੀ ਨੂੰ ਸ਼ਾਮਲ ਕੀਤਾ, ਇਹਨੂੰ ਮੌਕੇ ਦਿੱਤੇ। ਇਸ ਖਿਲਾੜੀ ਨੇ UAE ਦੀ ਤਰਫੋਂ ਖੇਡਦੇ ਹੋਏ ਦੁਨੀਆ ਭਰ ਦੇ ਵਿੱਚ ਜਾ ਕੇ ਲੀਗ ਕ੍ਰਿਕਟ ਖੇਲੀਆਂ ਸੀ, ਚੰਗਾ ਨਾਮ ਕਮਾਇਆ ਸੀ ਅਤੇ ਨਾਮ ਦੇ ਨਾਲ ਨਾਲ ਇਹਨੇ ਪੈਸਾ ਵੀ ਚੰਗਾ ਭਲਾ ਕਮਾ ਲਿਆ ਸੀ। ਲੇਕਿਨ ਹੁਣ ਇਸ ਖਿਲਾੜੀ ਨੇ ਇਹ ਸੋਚਿਆ ਕਿ ਮੈਂ UAE ਦੀ ਤਰਫੋਂ ਨਹੀਂ ਖੇਲਣਾ, ਮੈਂ ਪਾਕਿਸਤਾਨ ਕ੍ਰਿਕਟ ਟੀਮ ਦੀ ਤਰਫੋਂ ਖੇਲਾਂਗਾ ਅਤੇ ਇਹਨੇ ਫੈਸਲਾ ਕੀਤਾ ਸੀ ਅਤੇ ਇਸ ਵਜ੍ਹਾ ਤੋਂ ਪਾਕਿਸਤਾਨੀ ਕੈਂਪ ਦੇ ਵਿੱਚ ਇਹਨੇ ਟ੍ਰੇਨਿੰਗ ਕਰਨਾ ਸ਼ੁਰੂ ਕਰਤੀ ਸੀ। ਜਦੋਂ ਯਾਰ ਇਸ ਖਬਰ ਦਾ ਇਲਮ UAE ਦੀ ਕ੍ਰਿਕਟ ਬੋਰਡ ਨੂੰ ਹੋਇਆ ਨਾ, ਅਤੇ ਉਹਨਾਂ ਨੇ ਖਬਰਦਾਰ ਕੀਤਾ ਸੀ ਉਸਮਾਨ ਖਾਨ ਨੂੰ। ਉਹਨਾਂ ਨੇ ਕਿਹਾ ਸੀ ਕਿ ਤੂੰ ਸਾਡਾ ਨਾਮ ਇਸਤੇਮਾਲ ਕੀਤਾ ਵਾ, ਅਸੀਂ ਤੈਨੂੰ ਮੌਕਾ ਦਿੱਤਾ ਸੀ ਜਿਹਦੀ ਵਜ੍ਹਾ ਤੋਂ ਤੂੰ ਦੁਨੀਆ ਭਰ ਦੇ ਵਿੱਚ ਲੀਗ ਕ੍ਰਿਕਟ ਖੇਲੀ, ਸਾਡਾ ਨਾਮ ਇਸਤੇਮਾਲ ਕਰਦਾ ਰਿਹਾ ਵਾ ਅਤੇ ਹੁਣ ਤੂੰ ਸਾਨੂੰ ਛੱਡ ਕੇ ਪਾਕਿਸਤਾਨ ਕ੍ਰਿਕਟ ਬੋਰਡ ਦੀ ਗੱਲ ਮੰਨ ਲਈ ਆ, ਪਾਕਿਸਤਾਨ ਕ੍ਰਿਕਟ ਟੀਮ ਨੂੰ ਜੁਆਇਨ ਕਰਨਾ ਤੂੰ ਚਾਹੁੰਦਾ ਵਾ। UAE ਦੀ ਕ੍ਰਿਕਟ ਬੋਰਡ ਨੇ ਇਹ ਗੱਲ ਕੀਤੀ ਸੀ ਕਿ ਅਗਰ ਤੂੰ ਇਸ ਤਰ੍ਹਾਂ ਕਰੇਂਗਾ ਨਾ ਤੇ ਅਸੀਂ ਤੇਰੇ ਖਿਲਾਫ ਕਾਨੂੰਨੀ ਚਾਰਾਜੋਈ ਕਰਾਂਗੇ। ਤੇ ਦੋਸਤੋ ਉਹੀ ਕੁਛ ਹੋਇਆ, ਜਿਸ ਚੀਜ਼ ਦਾ ਡਰ ਸੀ ਉਹੀ ਕੁਛ ਹੋ ਗਿਆ। ਹੁਣ ਉਸਮਾਨ ਖਾਨ ਦੇ ਉੱਤੇ UAE ਦੇ ਕ੍ਰਿਕਟ ਬੋਰਡ ਨੇ 5 ਸਾਲ ਵਾਸਤੇ ਪਾਬੰਦੀ ਲਾਤੀ ਆ। ਇਹਦੇ ਉੱਤੇ 5 ਸਾਲਾਂ ਵਾਸਤੇ ਬੈਨ ਲਾਤਾ ਵਾ ਕਿ ਉਸਮਾਨ ਖਾਨ UAE ਦੇ ਕ੍ਰਿਕਟ ਬੋਰਡ ਦਾ ਨਾਮ ਹੁਣ ਇਸਤੇਮਾਲ ਨਹੀਂ ਕਰ ਸਕੇਗਾ। ਇਸ ਕ੍ਰਿਕਟ ਬੋਰਡ ਨੇ ਇਹਨੂੰ ਇਹ ਕਿਹਾ ਕਿ ਅਸੀਂ ਤੈਨੂੰ 5 ਸਾਲਾਂ ਵਾਸਤੇ ਆਪਣੇ ਕ੍ਰਿਕਟ ਬੋਰਡ ਦੇ ਵਿੱਚ ਜਗ੍ਹਾ ਨਹੀਂ ਦੇਵਾਂਗੇ, ਕ੍ਰਿਕਟ ਟੀਮ ਦੇ ਵਿੱਚ ਜਗ੍ਹਾ ਨਹੀਂ ਦੇਵਾਂਗੇ, ਅਤੇ ਉਹਨਾਂ ਨੇ ਇਹਦੇ ਉੱਤੇ ਪਾਬੰਦੀ ਲਾਤੀ ਆ। ਯਾਰ ਇੱਕ ਤਰਫ ਦੇਖਿਆ ਜਾਵੇ ਤੇ ਮੈਨੂੰ ਕਾਫੀ ਜ਼ਿਆਦਾ ਨਾ ਦੁੱਖ ਹੋ ਰਿਹਾ ਵਾ, ਕਿਉਂਕਿ ਬੜਾ ਜ਼ਬਰਦਸਤ ਖਿਲਾੜੀ ਸੀ, ਟੈਲੈਂਟਡ ਖਿਲਾੜੀ ਸੀ, ਅਤੇ ਇਸ ਖਿਲਾੜੀ ਨੇ ਕਾਫੀ ਜ਼ਿਆਦਾ ਲੀਗ ਕ੍ਰਿਕਟ ਖੇਲੀ ਸੀ, ਚੰਗਾ ਨਾਮ ਕਮਾਇਆ ਸੀ, ਪੈਸਾ ਕਮਾਇਆ ਸੀ। ਲੇਕਿਨ ਕੁਝ ਸਾਬਕ ਖਿਲਾੜੀ ਜਿਹੜੇ ਪਾਕਿਸਤਾਨ ਕ੍ਰਿਕਟ ਟੀਮ ਦੇ ਸੀ ਨਾ, ਉਹਨਾਂ ਨੇ ਇਸ ਖਿਲਾੜੀ ਨੂੰ ਇਹ ਕਿਹਾ ਕਿ ਯਾਰ ਤੂੰ ਪਾਕਿਸਤਾਨ ਕ੍ਰਿਕਟ ਟੀਮ ਦੀ ਤਰਫੋਂ ਖੇਲ, ਅਸੀਂ ਤੈਨੂੰ ਮੌਕਾ ਦੇਵਾਂਗੇ। ਇਹ ਖਿਲਾੜੀ ਉਹਨਾਂ ਦੀਆਂ ਗੱਲਾਂ ਦੇ ਵਿੱਚ ਆ ਗਿਆ ਅਤੇ ਇਸ ਖਿਲਾੜੀ ਨੇ ਇਹ ਫੈਸਲਾ ਕੀਤਾ ਕਿ ਮੈਂ ਪਾਕਿਸਤਾਨ ਕ੍ਰਿਕਟ ਟੀਮ ਦੇ ਵਿੱਚ ਖੇਲਾਂਗਾ। ਲੇਕਿਨ ਦੁੱਖ ਮੈਨੂੰ ਇਹ ਯਾਰ ਇਸ ਵਜ੍ਹਾ ਤੋਂ ਹੋ ਰਿਹਾ ਵਾ ਕਿਉਂਕਿ ਇਸ ਤੋਂ ਪਹਿਲਾਂ ਤੁਹਾਨੂੰ ਮੈਂ ਦੱਸਿਆ ਸੀ ਕਿ ਉਸਮਾਨ ਕਾਦਰ ਸੀ, ਜਿਹੜੇ ਅਬਦੁਲ ਕਾਦਰ ਜਿਹੜੇ ਲੈਗ ਸਪਿਨਰ ਬੋਲਰ ਸੀ, ਉਹਨਾਂ ਦਾ ਬੇਟਾ ਸੀ ਉਸਮਾਨ ਕਾਦਰ। ਉਹ ਵੀ ਜਦੋਂ ਆਸਟ੍ਰੇਲੀਆ ਦੀ ਕ੍ਰਿਕਟ ਟੀਮ ਦੇ ਵਿੱਚ ਸਿਲੈਕਟ ਹੋ ਗਿਆ ਸੀ ਨਾ, ਅਤੇ ਉਸ ਵਕਤ ਮਿਸਬਾਹ ਉਲ ਹਕ ਨੇ ਇਸਰਾਰ ਕੀਤਾ ਸੀ ਕਿ ਉਸਮਾਨ ਕਾਦਰ ਤੂੰ ਪਾਕਿਸਤਾਨ ਕ੍ਰਿਕਟ ਟੀਮ ਦੇ ਵਿੱਚ ਖੇਲ, ਤੇਰੀ ਜ਼ਰੂਰਤ ਵਾ ਮੁਲਕ ਨੂੰ ਅਤੇ ਤੂੰ ਟੀਮ ਦੇ ਵਿੱਚ ਖੇਲ। ਅਤੇ ਬੜੇ ਅਫਸੋਸ ਦੇ ਨਾਲ ਇਹ ਗੱਲ ਕਹਿਣੀ ਪੈ ਰਹੀ ਹੈ ਮੈਨੂੰ ਕਿ 3-4 ਮੈਚ ਉਸ ਖਿਲਾੜੀ ਨੂੰ ਖਿਲਾਏ ਅਤੇ ਉਸ ਤੋਂ ਬਾਅਦ 'ਚ ਉਹ ਖਿਲਾੜੀ ਬਾਅਦ 'ਚ ਕੌਮੀ ਕ੍ਰਿਕਟ ਟੀਮ ਦੇ ਵਿੱਚ ਜਗ੍ਹਾ ਨਹੀਂ ਬਣਾ ਪਾਇਆ। ਉਹਦਾ ਕੈਰੀਅਰ ਜਿਹੜਾ ਹੁਣ ਦਾਅ 'ਤੇ ਲੱਗਾ ਪਿਆ ਵਾ। ਲੀਗ ਕ੍ਰਿਕਟ ਦੇ ਟੂਰਨਾਮੈਂਟ ਹੁੰਦੇ ਆ, ਉਹਦੇ ਵਿੱਚ ਵੀ ਉਹਨੂੰ ਕੋਈ ਟੀਮ ਸਿਲੈਕਟ ਨਹੀਂ ਕਰਦੀ ਪਈ। ਚੰਗਾ ਭਲਾ ਇਹ ਖਿਲਾੜੀ ਆਸਟ੍ਰੇਲੀਆ ਦੀ ਕ੍ਰਿਕਟ ਟੀਮ ਦੇ ਵਿੱਚ ਸਿਲੈਕਟ ਹੋ ਗਿਆ ਸੀ, ਲੇਕਿਨ ਮਿਸਬਾਹ ਉਲ ਹਕ ਦੀਆਂ ਗੱਲਾਂ ਦੇ ਵਿੱਚ ਆ ਗਿਆ ਅਤੇ ਹੁਣ ਨਾ ਤਾਂ ਆਸਟ੍ਰੇਲੀਆ ਕ੍ਰਿਕਟ ਟੀਮ ਦੇ ਵਿੱਚ ਹੁਣ ਰਹਿ ਸਕਿਆ ਅਤੇ ਨਾ ਹੀ ਪਾਕਿਸਤਾਨ ਕ੍ਰਿਕਟ ਟੀਮ ਦੇ ਵਿੱਚ ਰਹਿ ਸਕਿਆ, ਦੋਨਾਂ ਪਾਸੋਂ ਹੀ ਗਿਆ। ਮੈਨੂੰ ਯਾਰ ਡਰ ਸਿਰਫ ਇਸ ਗੱਲ ਦਾ ਵਾ ਕਿ ਕਿਤੇ ਇਸ ਖਿਲਾੜੀ ਉਸਮਾਨ ਖਾਨ ਦੇ ਨਾਲ ਵੀ ਨਾ ਕਿਤੇ ਇੱਦਾਂ ਹੋ ਜਾਵੇ ਕਿ ਉਸਮਾਨ ਖਾਨ ਦੇ ਨਾਲ ਵੀ ਇਸ ਤਰ੍ਹਾਂ ਪਾਕਿਸਤਾਨ ਕ੍ਰਿਕਟ ਬੋਰਡ ਨਾ ਕਰੇ ਕਿ ਇਸ ਖਿਲਾੜੀ ਨੇ UAE ਦੇ ਕ੍ਰਿਕਟ ਬੋਰਡ ਨੂੰ ਇਹ ਕਿਹਾ ਕਿ ਮੈਂ ਪਾਕਿਸਤਾਨ ਕ੍ਰਿਕਟ ਟੀਮ ਵਾਸਤੇ ਖੇਡਣਾ ਵਾ। ਉਹਨੇ ਆਪਣੇ ਮੁਲਕ ਵਾਸਤੇ ਖੇਡਣ ਨੂੰ ਤਰਜੀਹ ਦਿੱਤੀ ਆ,
ਲੇਕਿਨ ਡਰ ਇਸ ਗੱਲ ਦਾ ਵਾ ਕਿ ਹੁਣ ਕਿਤੇ ਪਾਕਿਸਤਾਨ ਕ੍ਰਿਕਟ ਬੋਰਡ ਵੀ ਇਹਨੂੰ 2-4 ਮੈਚ ਖਿਲਵਾ ਕੇ ਬਾਅਦ 'ਚ ਬਾਹਰ ਹੀ ਨਾ ਬਿਠਾ ਦੇਵੇ, ਇਹਨੂੰ ਬਾਅਦ 'ਚ ਭਲ ਮੌਕਾ ਹੀ ਨਾ ਦੇਵੇ, ਤੇ ਇਹ ਖਿਲਾੜੀ ਕਿੱਧਰ ਜਾਏਗਾ। ਖੈਰ ਉਸਮਾਨ ਖਾਨ ਦਾ ਯਾਰ ਇਹ ਆਪਣਾ ਫੈਸਲਾ ਵਾ, ਉਹਨੇ ਵੀ ਕੋਈ ਸੋਚ ਸਮਝ ਕੇ ਕੋਈ ਫੈਸਲਾ ਕੀਤਾ ਹੋਣਾ ਵਾ, ਲੇਕਿਨ ਦਰ ਹਕੀਕਤ ਮੈਨੂੰ ਇਹ ਉਸਮਾਨ ਖਾਨ ਦਾ ਫੈਸਲਾ ਜਿਹੜਾ ਸਹੀ ਨਹੀਂ ਲੱਗਿਆ। ਖੈਰ ਹਰ ਬੰਦੇ ਦੀ ਆਪਣਾ ਆਪਣਾ ਇੱਕ ਰਾਏ ਆ, ਤੁਸੀਂ ਖੈਰ ਕੁਝ ਸੋਚਦੇ ਹੋਣੇ ਆ, ਮੈਂ ਕੁਝ ਸੋਚਦਾ ਪਿਆ ਵਾਂ, ਤੇ ਖੈਰ ਹਰ ਬੰਦੇ ਦਾ ਆਪਣਾ ਇੱਕ ਪੁਆਇੰਟ ਆਫ ਵਿਊ ਆ ਗੱਲ ਕਰਨ ਦਾ। ਖੈਰ ਮੇਰੇ ਜ਼ਿਹਨ ਦੇ ਵਿੱਚ ਜੋ ਗੱਲ ਉਸਮਾਨ ਖਾਨ ਦੇ ਬਾਰੇ ਚੱਲ ਰਹੀ ਸੀ ਉਹ ਤੁਹਾਨੂੰ ਮੈਂ ਦੱਸ ਛੜੀ ਆ। ਮੇਰਾ ਆਪਣਾ ਇੱਕ ਪੁਆਇੰਟ ਆਫ ਵਿਊ ਆ, ਸ਼ਾਇਦ ਤੁਸੀਂ ਮੇਰੇ ਇਸ ਪੁਆਇੰਟ ਆਫ ਵਿਊ ਦੇ ਨਾਲ ਇਖਤਲਾਫ ਵੀ ਕਰੋ, ਹੋ ਸਕਦਾ ਵਾ, ਲੇਕਿਨ ਓਵਰਆਲ ਜੋ ਪਾਕਿਸਤਾਨ ਦੇ ਹਾਲਾਤ ਚੱਲ ਰਹੇ ਆ ਨਾ, ਉਹਨੂੰ ਮੱਦੇਨਜ਼ਰ ਰੱਖ ਕੇ ਮੈਂ ਇਹ ਗੱਲ ਕੀਤੀ ਆ, ਕਿਉਂਕਿ ਆਪਣੇ ਮੁਲਕ ਦੇ ਵਿੱਚ ਤੇ ਹਰ ਕੰਮ ਜਿਹੜਾ ਸਿਫਾਰਿਸ਼ ਦੇ ਨਾਲ ਹੁੰਦਾ ਵਾ। ਇੱਥੇ ਤੇ ਕੋਈ ਪ੍ਰਾਈਮ ਮਿਨਿਸਟਰ ਵੀ ਬਣਦਾ ਨਾ, ਉਹ ਵੀ ਇਸ ਉਮੀਦ ਦੇ ਨਾਲ ਬਣਦਾ ਵਾ ਕਿ 5 ਸਾਲ ਮੈਂ ਮੁਲਕ ਦਾ ਵਜ਼ੀਰ ਆਜ਼ਮ ਬਣਾਂਗਾ, ਲੇਕਿਨ 2-3 ਸਾਲ ਹੀ ਕੱਢਦੇ ਆ। ਵੇਖ ਲਓ ਇੱਥੇ ਤੇ ਕੋਈ 5 ਸਾਲ ਆਪਣੀ ਹਕੂਮਤ ਵਜ਼ੀਰ ਆਜ਼ਮ ਪੂਰੀ ਨਹੀਂ ਕਰ ਸਕਿਆ, ਤੇ ਇਹ ਤੇ ਇੱਕ ਖਿਲਾੜੀ ਆ। ਲੇਕਿਨ ਦਰ ਹਕੀਕਤ ਜੋ ਫੈਸਲਾ ਉਸਮਾਨ ਖਾਨ ਨੇ ਕੀਤਾ ਮੈਂ ਉਸ ਤੋਂ ਇਤਫਾਕ ਨਹੀਂ ਕਰਦਾ। ਖੈਰ ਯਾਰ ਤੁਸੀਂ ਇਸ ਬਾਰੇ ਕੀ ਕਹਿੰਦੇ ਆ, ਤੁਹਾਨੂੰ ਕੀ ਲੱਗਦਾ ਕਿ ਉਸਮਾਨ ਖਾਨ ਨੇ ਜਿਹੜਾ ਫੈਸਲਾ ਕੀਤਾ ਵਾ ਇਹ ਸਹੀ ਆ? ਮੈਨੂੰ ਕਮੈਂਟਸ ਦੇ ਵਿੱਚ ਤੁਸੀਂ ਜ਼ਰੂਰ ਦੱਸਿਓ ਯਾਰ।